ਸੋ ਇਹ ਉਹ ਲੋਕ ਕਾਵ ਰੂਪ ਨੇ ਜਿਹੜੇ ਕਿ ਗੁਰਬਾਣੀ ਦੀ ਰਚਨਾ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਆਮ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਮਿਲਦੇ ਨੇ। ਇਹ ਉਹ ਲੋਕ ਕਾਵ ਰੂਪ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਵੀ ਕਾਵ ਰਚਿਆ ਜਾਂਦਾ ਰਿਹਾ ਹੈ। ਸੋ ਜੇਕਰ ਆਪਾਂ ਇੱਥੇ ਗੱਲ ਕਰਨੀ ਹੋਵੇ, ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਓਅੰਕਾਰ ਸਲੇਖ ਹੈ, ਆਰਤੀ ਹੈ, ਅਲਾਉਣੀ ਹੈ, ਅੰਜਲੀਆਂ, ਆਨੰਦ, ਅਸ਼ਟਪਦੀ, ਸੋਦਰ ਹੈ, ਸੋਪੁਰਖ ਹੈ, ਸੋਹਿਲਾ, ਸੁਚੱਜੀ, ਕੁਚੱਜੀ, ਗੁਣਵੰਤੀ, ਗਾਥਾ, ਫੁਨਹੇ, ਪਦੇ, ਪੱਟੀ, ਪਹਿਰੇ, ਦਿਨ ਰੈਣ, ਜਪ, 52 ਅੱਖਰੀ, 12 ਮਾਹ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਨੇ 32 ਸਰਲੇਖ ਤਾਂ ਸਾਡੇ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ। ਤੇ ਉਸ ਤੋਂ ਇਲਾਵਾ ਸ਼ਲੋਕ ਰੂਪ ਦੇ ਵਿੱਚ ਵੀ, ਸ਼ਲੋਕ ਜਿਹੜਾ ਇੱਕ ਸਰਲੇਖ ਹੈ, ਇਹਦੇ ਦੁਆਰਾ ਵੀ ਸਾਨੂੰ ਕਾਵਿ ਦਾ ਇੱਕ ਵੱਖਰਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਤੇ ਪਦਿਆਂ ਦੇ ਆਕਾਰ ਜੋ ਹਨ ਛੋਟੇ ਵੱਡੇ, ਉਹ ਪਦਿਆਂ ਦੇ ਆਕਾਰ ਦੇ ਆਧਾਰ ਦੇ ਉੱਪਰ ਵੀ ਸਾਨੂੰ ਗੁਰਬਾਣੀ ਵਿੱਚ ਸਰਲੇਖ ਮਿਲਦੇ ਨੇ। ਜਿਵੇਂ ਕਿ ਇੱਕ ਪਦਾ ਹੈ, ਦੋ ਪਦੇ ਹੈ, ਚੀ ਪਦੇ ਹੈ, ਚੌ ਪਦੇ ਹੈ, ਪੰਜ ਪਦੇ, 6 ਪਦੇ। ਸੋ ਇਸ ਤਰ੍ਹਾਂ ਪਦਿਆਂ ਦੇ ਆਧਾਰ ਦੇ ਵਿੱਚ ਵੀ ਇਸ ਤਰ੍ਹਾਂ ਮਤਲਬ ਇੱਕ ਤੁਕਾ, ਦੋ ਤੁਕਾ, ਤੀ ਤੁਕਾ, ਇਹ ਵੀ ਸਾਨੂੰ ਜਿਹੜੇ ਨੇ ਸਰਲੇਖ ਮਿਲਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜੋ ਉਸ ਮੌਕੇ ਲੋਕਾਂ ਦੇ ਵਿੱਚ ਕਾਵਿ ਪ੍ਰਚਲਿਤ ਸੀ, ਉਹ ਪਪੂਲਰ ਹੋਇਆ ਸੀ, ਜਿਸ ਪ੍ਰਕਾਰ ਦੀ ਕਵਿਤਾ ਨਾਲ ਲੋਕਾਂ ਦਾ ਉਸ ਮੌਕੇ ਲਗਾਵ ਸੀ, ਉਹ ਸਾਰੇ ਜਿਹੜੇ ਰੂਪ ਨੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਵਰਤੇ ਨੇ। ਤੇ ਇੱਕ ਨਵਾਂ ਉਹਨਾਂ ਨੂੰ ਰੂਪ ਦੇ ਕੇ, ਵਿਸ਼ੇ ਪੱਖੋਂ ਉਹਨਾਂ ਦੇ ਵਿੱਚ ਇੱਕ ਨਵਾਂ ਵਿਸ਼ਾ ਵਸਤੂ ਦੇ ਕੇ ਨਵੇਂ ਰੂਪ ਦੇ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਦਰਜ ਕੀਤੇ ਨੇ, ਸੰਪਾਦਿਤ ਕੀਤੇ ਨੇ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਭਾਰਤੀ ਪਰੰਪਰਾ ਦੇ ਵਿੱਚ ਜਿਤਨੇ ਵੀ ਸੰਤ ਕਵੀ ਹੋਏ ਨੇ, ਮਹਾਂਪੁਰਸ਼ ਹੋਏ ਨੇ, ਰਿਸ਼ੀ ਹੋਏ ਨੇ, ਉਹਨਾਂ ਨੇ ਜਿੱਥੇ ਅਧਿਆਤਮਿਕ ਖੋਜ ਕੀਤੀ ਹੈ, ਉਹ ਧਾਰਮਿਕ ਹੋਏ ਨੇ। ਧਾਰਮਿਕ ਹੋਣ ਦੇ ਨਾਲ ਨਾਲ ਉਹਨਾਂ ਨੇ ਕਾਵਿ ਦੀ ਵੀ ਰਚਨਾ ਕੀਤੀ ਹੈ। ਉਹ ਕਾਵਿ ਦੇ ਵੀ ਗਿਆਤਾ ਹੋਏ ਨੇ, ਉਹਨਾਂ ਨੂੰ ਕਾਵਿ ਦਾ ਵੀ ਗਿਆਨ ਸੀ ਕਿ ਕਾਵਿ ਰਚਨਾ ਕੀ ਹੈ, ਇਸ ਦੀ ਰਚਨਾ ਕਿਵੇਂ ਹੁੰਦੀ ਹੈ, ਇਸ ਦੇ ਵਿੱਚ ਕਿਹੜੇ ਕਿਹੜੇ ਨਿਯਮ ਨੇ ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਹੈ ਕਿ ਕਵਿਤਾ ਦਾ ਧਰਮ ਦੇ ਨਾਲ ਵੀ ਸੰਬੰਧ ਰਿਹਾ ਹੈ ਤੇ ਕਵਿਤਾ ਦਾ ਲੋਕਾਂ ਦੇ ਨਾਲ ਵੀ ਸੰਬੰਧ ਰਿਹਾ ਹੈ। ਤੇ ਗੁਰੂ ਸਾਹਿਬਾਨ ਨੇ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਆਮ ਲੋਕਾਂ ਤੱਕ ਆਪਣੀ ਗੱਲ ਨੂੰ ਪਹੁੰਚਾਉਣ ਵਾਸਤੇ ਸਾਨੂੰ ਇਹ ਜਿਹੜੇ ਲੋਕ ਕਾਵਿ ਨੇ ਉਹ ਵਰਤਣੇ ਚਾਹੀਦੇ ਨੇ ਜੀ। ਸੋ ਉਹ ਸਾਰੇ ਲੋਕ ਕਾਵਿ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਨੇ, ਪ੍ਰਯੋਗ ਕੀਤਾ ਹੈ ਉਹਨਾਂ ਦਾ। ਸੋ ਇਸ ਤਰ੍ਹਾਂ ਜਦੋਂ ਆਪਾਂ ਵੇਖਦੇ ਹਾਂ ਕਿ ਜੋ ਗੁਰਬਾਣੀ ਹੈ ਇਹ ਜਿੱਥੇ ਵਿਸ਼ੇ ਵਸਤੂ ਪੱਖੋਂ ਬੜੀ ਉੱਤਮ ਮੰਨੀ ਜਾਂਦੀ ਹੈ, ਤਾਂ ਸਾਹਿਤਿਕ ਪੱਖੋਂ, ਕਲਾਤਮਿਕ ਪੱਖੋਂ ਵੀ ਜੋ ਗੁਰਬਾਣੀ ਹੈ ਇਹ ਬਹੁਤ ਇੱਕ ਉੱਤਮ ਕਲਾ ਦਾ, ਉੱਤਮ ਕਾਵਿ ਦਾ ਨਮੂਨਾ ਸਾਡੇ ਪਾਸ ਮੌਜੂਦ ਹੈ ਜੀ। ਬਿਲਕੁਲ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਗੁਰੂ ਸਾਹਿਬਾਨਾਂ ਨੇ ਇਸ ਲਈ ਉਚਾਰਨ ਕੀਤੀ ਤਾਂ ਕਿ ਸਾਡਾ ਕਲਿਆਣ ਹੋ ਸਕੇ, ਸਾਨੂੰ ਜੀਵਨ ਜਾਂਚ ਮਿਲ ਸਕੇ, ਸਾਨੂੰ ਇਹ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਨੇ। ਤੇ ਉਹਦੇ ਲਈ ਸਭ ਤੋਂ ਸੌਖੇ ਜ਼ਰੀਆ ਯੂਜ਼ ਕੀਤਾ ਗਿਆ। ਅਸੀਂ ਦੇਖਦੇ ਹਾਂ ਕਿ ਅਗਰ ਪੁਰਾਤਨ ਇਤਿਹਾਸ ਵਿੱਚ ਝਾਤੀ ਮਾਰਨੇ ਹਾਂ ਤੇ ਕੁਝ ਧਾਰਮਿਕ ਲੋਕਾਂ ਤੱਕ ਹੀ ਧਰਮ ਦਾ ਗਿਆਨ ਹੁੰਦਾ ਸੀ, ਆਮ ਲੋਕਾਂ ਤੱਕ ਇਹ ਪਹੁੰਚਦਾ ਨਹੀਂ ਸੀ। ਕਾਰਨ ਸੀ ਕਿਸੇ ਭਾਸ਼ਾ ਦਾ ਨਾ ਜਾਣਨਾ ਤੇ ਨਾਲ ਦੇ ਨਾਲ ਮੁਸ਼ਕਿਲ ਤਰੀਕੇ ਨਾਲ ਗੱਲ ਨੂੰ ਸਮਝਾਉਣਾ। ਤੇ ਗੁਰੂ ਸਾਹਿਬਾਨਾਂ ਨੇ ਇਹੀ ਕੀਤਾ ਕਿ ਸੌਖੇ ਤੋਂ ਸੌਖੇ ਤਰੀਕੇ ਲੱਭੇ, ਸੌਖੇ ਤੋਂ ਸੌਖੇ ਤਰੀਕੇ ਨਾਲ ਜਿਸ ਤਰ੍ਹਾਂ ਦੀ ਉਸ ਵੇਲੇ ਲੋਕ ਰੂਪ, ਕਾਵਿ ਰੂਪ ਪ੍ਰਚਲਿਤ ਸਨ, ਉਸੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਗੁਰਬਾਣੀ ਨੂੰ ਉਚਾਰਨ ਕੀਤਾ। ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਦੇਖਦੇ ਅਸੀਂ ਕਾਵਿ ਰੂਪ ਦੀ ਤੁਸੀਂ ਗੱਲ ਕੀਤੀ, ਜਿਸ ਤਰ੍ਹਾਂ ਗੁਰਬਾਣੀ ਵਿੱਚ ਕਾਵਿ ਰੂਪ ਵੱਖ-ਵੱਖ ਇਸਤੇਮਾਲ ਕੀਤੇ ਗਏ ਨੇ। ਤੇ ਫਿਰ ਇੱਕ ਆਮ ਕਾਵਿ ਰੂਪ ਤੇ ਗੁਰਬਾਣੀ ਵਿੱਚ ਕੀ ਅੰਤਰ ਆ ਜਾਂਦਾ ਹੈ? ਜਸਪਾਲ ਜੀ, ਬੜਾ ਹੀ ਮਹੱਤਵਪੂਰਨ ਸਵਾਲ ਆਪ ਜੀ ਨੇ ਪੁੱਛਿਆ, ਕਿਉਂਕਿ ਆਪਾਂ ਬਾਰ-ਬਾਰ ਕਾਵਿ ਦੀ ਗੱਲ ਕਰ ਰਹੇ ਹਾਂ। ਕਾਵਿ ਤਾਂ ਸਮੁੱਚਾ ਕਾਵਿ ਜਿਹੜਾ ਹੈ ਉਹ ਰਚਿਆ ਜਾ ਰਿਹਾ ਹੈ। ਲੋਕਾਂ ਨੇ ਬਹੁਤ ਸੁੰਦਰ ਕਵਿਤਾਵਾਂ ਰਚੀਆਂ ਨੇ, ਉਹਦੇ ਵਿੱਚ ਪ੍ਰਮਾਤਮਾ ਦੀ ਵੀ ਗੱਲ ਹੋ ਰਹੀ ਹੈ, ਆਤਮਾ ਦੀ ਵੀ ਗੱਲ ਹੋ ਰਹੀ ਹੈ। ਪਰੰਤੂ ਇਹ ਜੋ ਕਾਵਿ ਹੈ, ਜਿਸ ਨੂੰ ਕਿ ਆਪਾਂ ਗੁਰੂ ਕਾਵਿ ਕਰਕੇ ਜਾਣਦੇ ਹਾਂ, ਗੁਰਬਾਣੀ ਦੇ ਰੂਪ ਦੇ ਵਿੱਚ ਜਾਣਦੇ ਹਾਂ, ਇਸ ਦਾ ਆਮ ਕਾਵਿ ਦੇ ਨਾਲੋਂ ਅੰਤਰ ਕੀ ਹੈ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਕਾਵਿ ਹੈ, ਇਸ ਦੇ ਜਿਹੜੇ ਰਚਨਹਾਰੇ ਨੇ, ਸੰਤ ਪੁਰਸ਼ ਨੇ, ਗੁਰੂ ਸਾਹਿਬਾਨ ਨੇ,
ਉਹਨਾਂ ਸਾਰਿਆਂ ਨੂੰ ਇਹ ਜਿਹੜਾ ਕਾਵ ਹੈ ਪਰਮੇਸ਼ਰ ਦੀ ਅਭੇਦਤਾ ਤੋਂ ਬਾਅਦ ਜਿਹੜੀ ਅਲਟੀਮੇਟ ਰਿਐਲਿਟੀ ਹੈ, ਅਲਟੀਮੇਟ ਰਿਐਲਿਟੀ ਸੰਸਾਰ ਦੇ ਪਿੱਛੇ ਜੋ ਇੱਕ ਪਰਮ ਸਤਾ ਹੈ, ਪਰਮ ਸੱਤ ਹੈ, ਉਸ ਦੇ ਨਾਲ ਅਭੇਦ ਹੋਣ ਤੋਂ ਬਾਅਦ ਜੋ ਉਹਨਾਂ ਨੂੰ ਅਨੁਭਵ ਹੋਇਆ ਹੈ, ਤਾਂ ਫਿਰ ਜਿਹੜਾ ਇਹ ਕਾਵ ਹੈ ਉਹ ਆਇਆ ਹੈ। ਗੁਰੂ ਸਾਹਿਬਾਨ ਖੁਦ ਆਖਦੇ ਨੇ ਕਿ ਇਹ ਜਿਹੜੀ ਰਚਨਾ ਹੈ, ਗੁਰਬਾਣੀ ਦੀ ਰਚਨਾ ਹੈ, ਇਹ ਸਾਡੇ ਕਿਸੇ ਯਤਨਾਂ ਦੇ ਨਾਲ ਨਹੀਂ ਹੈ, ਇਹ ਤਾਂ ਧੁਰੋਂ ਆਈ ਹੈ, ਧੁਰ ਕੀ ਬਾਣੀ ਆਈ। ਕਈ ਵਾਰੀ ਗੁਰੂ ਸਾਹਿਬ ਆਖਦੇ ਨੇ ਕਿ ਬਾਣੀ ਆਈ ਹੈ, ਸੋ ਬਾਣੀ ਜਦੋਂ ਆਉਂਦੀ ਹੈ ਤਾਂ ਉਸ ਮੌਕੇ ਸੰਗੀਤ ਦੀ ਜ਼ਰੂਰਤ ਪੈਂਦੀ ਹੈ। ਤੋ ਇਹ ਆਪ ਮੁਹਾਰੇ ਜਿਵੇਂ ਇੱਕ ਝਰਨਾ ਫੁੱਟਦਾ ਹੈ, ਉੱਥੇ ਪਾਣੀ ਆਉਂਦਾ ਹੈ, ਇਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਜਦੋਂ ਪਰਮੇਸ਼ਰ ਦੀ ਅਭੇਦਤਾ ਦਾ ਅਹਿਸਾਸ ਹੋਇਆ, ਉਸ ਮਿਲਵੇ ਦੀ ਹਾਲਤ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਅਨੁਭਵ ਹੋਏ, ਉਹ ਅਨੁਭਵ ਦਾ ਜਦੋਂ ਪ੍ਰਗਟਾਵਾ ਹੋਇਆ ਉਹ ਬਾਣੀ ਦੇ ਰੂਪ ਦੇ ਵਿੱਚ ਹੋਇਆ। ਇਸੇ ਕਰਕੇ ਗੁਰੂ ਸਾਹਿਬਾਨ ਆਖਦੇ ਨੇ ਕਿ ਇਹ ਸੱਚੀ ਬਾਣੀ ਹੈ। ਸੱਚੀ ਬਾਣੀ ਤੋਂ ਭਾਵ ਇਹ ਹੈ ਕਿ ਇਹ ਉਸ ਪਰਮ ਸ਼ਕਤੀ ਦੇ ਨਾਲ ਇਕਸੁਰ ਹੋ ਕੇ, ਅਭੇਦ ਹੋ ਕੇ ਆਈ ਹੈ। ਸੋ ਹੋਰ ਜਿਹੜੇ ਮਨੁੱਖੀ ਯਤਨ ਦੇ ਨਾਲ ਮਨੁੱਖ ਆਪਣੇ ਯਤਨ ਕਰਕੇ ਕਵਿਤਾ ਲਿਖਦਾ ਹੈ, ਉਹ ਚੰਦਾਬੰਦੀ ਦੇ ਪੱਖੋਂ, ਹੋਰ ਜਿਹੜੇ ਨਿਯਮ ਨੇ ਸਾਹਿਤ ਦੇ, ਉਹਨਾਂ ਦੇ ਪੱਖੋਂ ਬੜੀ ਉੱਤਮ ਹੋ ਸਕਦੀ ਹੈ। ਪਰੰਤੂ ਇੱਕ ਅੰਤਰ ਇਸ ਦੇ ਵਿੱਚ ਇਹ ਹੀ ਹੈ ਕਿ ਇਹ ਖੁਦ ਜਿਹੜਾ ਕਾਦਰ ਹੈ, ਕਾਦਰ ਤੋਂ ਭਾਵ ਜਿਹੜਾ ਪਰਮਾਤਮਾ ਹੈ, ਉਸ ਕਾਦਰ ਨੇ ਸ੍ਰਿਸ਼ਟੀ ਰਚੀ। ਆ ਸਾਰੀ ਜਿਹੜੀ ਸ੍ਰਿਸ਼ਟੀ ਰਚੀ ਹੈ ਕੁਦਰਤ ਹੈ। ਕਾਦਰ ਨੇ ਸ੍ਰਿਸ਼ਟੀ ਰਚੀ ਤੇ ਸ੍ਰਿਸ਼ਟੀ ਰਚਣ ਤੋਂ ਬਾਅਦ ਆਪਣੀ ਇਸ ਰਚੀ ਹੋਈ ਸ੍ਰਿਸ਼ਟੀ ਨਾਲ ਪਿਆਰ ਕਰਨ ਲਈ, ਇਸ ਨਾਲ ਵਾਰਤਾਲਾਪ ਕਰਨ ਲਈ, ਗੱਲਬਾਤ ਕਰਨ ਲਈ ਖੁਦ ਉਸ ਕਾਦਰ ਨੇ, ਪਰਮਾਤਮਾ ਨੇ ਆਪਣੇ ਪਿਆਰਿਆਂ ਦੇ ਰਾਹੀਂ, ਆਪਣੇ ਭਗਤਾਂ ਦੇ ਰਾਹੀਂ, ਗੁਰੂ ਸਾਹਿਬਾਨਾਂ ਦੇ ਰਾਹੀਂ ਇਹ ਬਾਣੀ ਭੇਜੀ ਹੈ। ਸੋ ਬਾਣੀ ਇੱਕ ਰੂਪ ਦੇ ਵਿੱਚ ਪਰਮਾਤਮਾ ਦਾ ਕੁਦਰਤ ਦੇ ਨਾਲ, ਕਾਦਰ ਦਾ ਕੁਦਰਤ ਦੇ ਨਾਲ ਸਿੱਧਾ ਵਾਰਤਾਲਾਪ ਹੈ ਤੇ ਮਨੁੱਖ ਦਾ ਪਰਮਾਤਮਾ ਦੇ ਨਾਲ ਸਿੱਧਾ ਵਾਰਤਾਲਾਪ ਹੈ। ਅਸੀਂ ਵੇਖਦੇ ਹਾਂ ਭਗਤ ਨਾਮਦੇਵ ਜੀ ਦੀ ਪੰਕਤੀਆਂ ਦੇ ਵਿੱਚ ਨਾਮਦੇਵ ਜੀ ਆਖਦੇ ਨੇ, ਤੂੰ ਕੌਣ ਰੇ ਮੈਂ ਜੀ ਨਾਮਾ। ਸੋ ਅਜਿਹਾ ਜਿਵੇਂ ਟੈਲੀਫੋਨ ਤੇ ਆਪਾਂ ਗੱਲ ਕਰਦੇ ਹਾਂ ਕਿਤੇ ਦੂਰ, ਸੰਚਾਰ ਆਪਾਂ ਜੋੜ ਕੇ ਆਪਣਾ ਮਤਲਬ ਦੂਰ ਕਿਤੇ ਆਪਣਾ ਰਿਸ਼ਤਾ ਜੋੜਿਆ, ਭਾਈ ਤੂੰ ਕੌਣ ਹੈ, ਮੈਂ ਫਲਾਣਾ ਜੀ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਆਪਣੀ ਅਵਸਥਾ ਦੱਸ ਰਹੇ ਨੇ, ਆਪਣਾ ਉਹਨਾਂ ਨੂੰ ਵੀ ਜਦੋਂ ਜੁੜੀ ਹੋਈ ਅਵਸਥਾ ਦੇ ਵਿੱਚ, ਮਿਲਵੇ ਦੀ ਅਵਸਥਾ ਦੇ ਵਿੱਚ ਇੱਕ ਅਨੁਭਵ ਹੁੰਦਾ ਹੈ ਤਾਂ ਅੱਗੋਂ ਆਵਾਜ਼ ਆਉਂਦੀ ਹੈ ਪਰਮੇਸ਼ਰ ਵੱਲੋਂ, ਤੂੰ ਕੌਣ ਭਾਈ, ਤਾਂ ਨਾਮਦੇਵ ਜੀ ਮੈਂ ਜੀ ਨਾਮਾ, ਮੈਂ ਨਾਮਾ ਜੀ। ਸੋ ਇਸ ਤਰ੍ਹਾਂ ਇਹ ਜਿਹੜੀ ਮਿਲਵੇ ਦੀ ਹਾਲਤ ਹੈ, ਇਹੋ ਹੀ ਅੰਤਰ ਹੈ ਗੁਰਬਾਣੀ ਦੇ ਵਿੱਚ ਤੇ ਆਮ ਕਾਵ ਦੇ ਵਿੱਚ ਕਿ ਇਹ ਅਭੇਦਤਾ ਦੀ ਹਾਲਤ ਦੇ ਵਿੱਚ ਪਰਮ ਸੱਤ ਦੇ ਨਾਲ ਜੁੜ ਕੇ ਇਹਦਾ ਜਿਹੜਾ ਵਜੂਦ ਹੈ ਜੀ ਉਹ ਸਾਡੇ ਸਾਹਮਣੇ ਆਉਂਦਾ ਹੈ। ਜੀ ਬਿਲਕੁਲ। ਗੁਰਬਾਣੀ ਦਾ ਜਿਹੜਾ ਸਾਹਿਤਿਕ ਪੱਖੋਂ ਜੇਕਰ ਅਸੀਂ ਗੁਰਬਾਣੀ ਦੀ ਗੱਲ ਕਰਨੇ ਹਾਂ ਤੇ ਇੱਕ ਸਭ ਤੋਂ ਵਿਲੱਖਣ ਕਾਵ ਰੂਪ ਹੈ। ਜੇਕਰ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਤੇ ਗੁਰਬਾਣੀ ਵਿੱਚ ਸਿਰਫ ਪਰਮਾਤਮਾ ਦੀ ਗੱਲ ਕੀਤੀ ਗਈ ਹੈ। ਸਮਾਜਿਕ ਪੱਖੋਂ ਵੀ ਜੇਕਰ ਗੱਲ ਕੀਤੀ ਗਈ ਹੈ ਤੇ ਉਹਦੇ ਵਿੱਚ ਵੀ ਹਰ ਗੱਲ ਨੂੰ ਪਰਮਾਤਮਾ ਦੇ ਨਾਲ ਹੀ ਜੋੜਿਆ ਗਿਆ ਹੈ। ਜੇਕਰ ਅਸੀਂ ਭਾਵ ਕਿ ਕਿਸੇ ਵੀ ਰਸ ਦੀ ਗੱਲ ਕਰ ਰਹੇ ਹਾਂ, ਬੀਰ ਰਸ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਵੀ ਰੂਪ ਵਿੱਚ ਅਸੀਂ ਗੱਲ ਕਰ ਰਹੇ ਹਾਂ ਤੇ ਗੁਰਬਾਣੀ ਵਿੱਚ ਹਰ ਰੂਪ ਵਿੱਚ ਪਰਮਾਤਮਾ ਦੀ ਗੱਲ ਕੀਤੀ ਗਈ ਹੈ। ਹਰ ਪੱਖੋਂ ਇਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕਿਸ ਤਰ੍ਹਾਂ ਅਸੀਂ ਵਾਹਿਗੁਰੂ ਦੀ ਜਿਹੜੀ ਵਾਹਿਗੁਰੂ ਦੇ ਦਿੱਤੇ ਗੁਣ ਹਨ ਉਹਨਾਂ ਦਾ ਧਾਰਨੀ ਬਣਨਾ ਹੈ। ਡਾਕਟਰ ਜਗਮੀਤ ਸਿੰਘ ਜੀ, ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੁਰਬਾਣੀ ਦੇ ਕਾਵ ਰੂਪ ਬਾਰੇ ਵਿਚਾਰ ਰਹੇ ਸਾਂ, ਤਾਂ ਜੇਕਰ ਅਸੀਂ ਪ੍ਰਮੁੱਖ ਤੱਤ ਦੀ ਗੱਲ ਕਰੀਏ ਤੇ ਕਿਹੜੇ-ਕਿਹੜੇ ਪ੍ਰਮੁੱਖ ਤੱਤ ਨੇ ਗੁਰਬਾਣੀ ਵਿੱਚ ਜਿਸ ਕਾਰਨ ਗੁਰਬਾਣੀ ਨੂੰ ਇੱਕ ਉੱਤਮ ਦਰਜਾ ਪ੍ਰਾਪਤ ਹੈ? ਗੁਰਬਾਣੀ ਨੂੰ ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਵਿਸ਼ੇ ਪੱਖੋਂ ਹੀ ਕਹਿ ਸਕਦੇ ਹਾਂ ਕਿ ਗੁਰਬਾਣੀ ਵਿਸ਼ੇ ਪੱਖੋਂ ਇਤਨੀ ਮਹਾਨ ਹੈ, ਇਤਨੀ ਉੱਤਮ ਹੈ ਕਿ ਇਸ ਦੇ ਵਿੱਚ ਇੱਕ ਨਿਰੋਗ ਸਮਾਜ ਦੀ ਸਿਰਜਣਾ ਲਈ, ਮਨੁੱਖ ਨੂੰ ਮਨੁੱਖ ਤੋਂ ਦੇਵਤਾ ਬਣਾਉਣ ਲਈ, ਪੂਰੀ ਮਾਨਵ ਜਾਤੀ ਨੂੰ ਇੱਕ ਲੜੀ ਦੇ ਵਿੱਚ ਪਰੋਣ ਲਈ, ਮਨੁੱਖ ਨੂੰ ਨੈਤਿਕ ਸਿੱਖਿਆ ਦੇਣ ਲਈ ਤੇ ਉਸ ਨੂੰ ਉਸ ਦੀ ਵਾਸਤਵਿਕਤਾ ਦੇ ਨਾਲ ਜੋੜਨ ਲਈ ਸਾਰੀ ਜੋ ਜ਼ਰੂਰਤ ਹੈ, ਜੋ ਸਮੱਗਰੀ ਦੀ ਲੋੜ ਹੈ, ਉਹ ਸਾਰੀ ਸਾਨੂੰ ਇਹ ਬਾਣੀ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਮਿਲਦੀ ਹੈ। ਤੇ ਜਿੱਥੋਂ ਤੱਕ ਆਪਾਂ ਨੇ ਇੱਕ ਕਾਵਿ ਦੇ ਤੌਰ ਤੇ ਕਵਿਤਾ ਦੇ ਵਿੱਚ ਜਿਹੜੇ ਕਿ ਤੱਤ ਹੁੰਦੇ ਨੇ ਕਿ ਕਿਹੜੇ ਤੱਤਾਂ ਕਰਕੇ ਜਿਹੜੀ ਕਵਿਤਾ ਉੱਤਮ ਹੁੰਦੀ ਹੈ, ਕਿਹੜੇ ਤੱਤਾਂ ਕਰਕੇ ਜਿਹੜੀ ਕਵਿਤਾ ਹੈ ਉਸ ਨੂੰ ਆਪਾਂ ਸ੍ਰੇਸ਼ਟ ਸ਼੍ਰੇਣੀ ਦੇ ਵਿੱਚ ਆਪਣਾ ਇੱਕ ਦਰਜਾ ਦਿੰਦੇ ਹਾਂ। ਦੁਨੀਆ ਭਰ ਦੇ ਚਾਹੇ ਪੱਛਮੀ ਨੇ ਚਾਹੇ ਪੂਰਬੀ ਨੇ ਵਿਦਵਾਨ, ਉਹਨਾਂ ਨੇ ਮੰਨਿਆ ਕਿ ਕਵਿਤਾ ਦੇ ਵਿੱਚ ਜੋ ਕਵਿਤਾ ਹੈ ਉਹ ਸੰਗੀਤ ਉਸ ਦਾ ਸਭ ਤੋਂ ਪਹਿਲਾ ਗੁਣ ਹੈ।
ਜੀ। ਕਵਿਤਾ ਦੇ ਵਿੱਚ ਸੰਗੀਤ ਹੋਣਾ ਚਾਹੀਦਾ ਹੈ। ਸੰਗੀਤਮਈ ਜਿਹੜੇ ਸ਼ਬਦ ਨੇ, ਕਿਸੇ ਰਿਦਮ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਬੰਨੇ ਹੋਏ, ਜਿਨ੍ਹਾਂ ਵਿੱਚੋਂ ਸੰਗੀਤਾਤਮਿਕਤਾ ਪੈਦਾ ਹੁੰਦੀ ਹੋਵੇ, ਉਹੀ ਜਿਹੜੀ ਕਵਿਤਾ ਹੈ ਉਹ ਉੱਤਮ ਕਵਿਤਾ ਮੰਨੀ ਗਈ ਹੈ। ਸੋ ਜਦੋਂ ਆਪਾਂ ਗੁਰਬਾਣੀ ਵੱਲ ਆਉਂਦੇ ਹਾਂ, ਪੂਰੀ ਜਿਹੜੀ ਗੁਰਬਾਣੀ ਹੈ, ਆਪਾਂ ਵੇਖਦੇ ਹਾਂ ਕਿ 31 ਮੁੱਖ ਰਾਗ ਨੇ, 31 ਹੀ ਉਪ ਰਾਗ ਨੇ, ਮਤਲਬ ਕਿ ਉਹਨਾਂ ਰਾਗਾਂ ਦੀਆਂ ਅੱਗੇ ਸ਼੍ਰੇਣੀਆਂ ਨੇ। ਸੋ ਇੰਨਾ ਵੱਡਾ ਜਿਹੜਾ ਸਥਾਨ ਹੈ ਸੰਗੀਤ ਦਾ, ਇਸ ਕਾਵਿ ਦੇ ਨਾਲ ਜੁੜਿਆ ਹੋਇਆ ਹੈ। ਸਮੁੱਚੀ ਜਿਹੜੀ ਬਾਣੀ ਹੈ ਉਹ ਸੰਗੀਤਮਈ ਹੈ, ਰਿਦਮ ਦੇ ਵਿੱਚ ਹੈ। ਸੋ ਉਸ ਤੋਂ ਬਾਅਦ ਜਿਹੜੇ ਕਵਿਤਾ ਦੇ ਜਿਹੜੇ ਉਸ ਨੂੰ ਸ੍ਰੇਸ਼ਟ ਦਰਸਾਉਣ ਲਈ ਜਿਹੜੇ ਤੱਤਾਂ ਦੀ ਗੱਲ ਕੀਤੀ ਜਾਂਦੀ ਹੈ ਸਾਹਿਤਕ ਹਲਕਿਆਂ ਦੇ ਵਿੱਚ, ਆਪਾਂ ਵੇਖਦੇ ਹਾਂ ਕਿ ਭਾਸ਼ਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਸੋ ਗੁਰਬਾਣੀ ਦੀ ਵੀ ਜੋ ਭਾਸ਼ਾ ਹੈ, ਬਹੁਤ ਸਾਰੀਆਂ ਭਾਸ਼ਾਵਾਂ ਦਾ ਇਸ ਦੇ ਵਿੱਚੋਂ ਸੁਮੇਲ ਮਿਲਦਾ ਹੈ ਤੇ ਉਹਨਾਂ ਦੀ ਜਿਹੜੀ ਵਰਤੋਂ ਹੈ ਬੜੀ ਸੁਚੱਜੀ ਵਰਤੋਂ ਹੈ। ਇੱਥੇ ਆਪਾਂ ਜ਼ਿਆਦਾ ਗੱਲ ਨਹੀਂ ਕਰ ਪਾਵਾਂਗੇ। ਮੈਂ ਉਦਾਹਰਨ ਦੇ ਤੌਰ ਤੇ ਇੱਕ ਦੋ ਗੱਲਾਂ, ਜਿਵੇਂ ਫਾਰਸੀ ਦੇ ਸ਼ਬਦ ਵੀ ਬਹੁਤ ਸਾਰੇ ਇਹਦੇ ਵਿੱਚ ਵਰਤੇ ਗਏ ਨੇ, ਅਰਬੀ ਫਾਰਸੀ ਦੇ ਵਿੱਚੋਂ ਵੀ ਸ਼ਬਦ ਲਏ ਗਏ ਨੇ। ਬਹੁਤ ਵੱਡੇ ਵਿਦਵਾਨ ਹੋਏ ਨੇ, ਡਾਕਟਰ ਜਗਜੀਤ ਸਿੰਘ ਆਨੰਦ, ਜਿਹੜੇ ਕਿ ਮੀਡੀਆ ਖੇਤਰ ਦੇ ਨਾਲ ਜੁੜੇ ਹੋਏ ਨੇ, ਬਹੁਤ ਵੱਡੀ ਸੇਵਾ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ, ਗੁਰਬਾਣੀ ਦੇ ਗਹਿਰੇ ਅਧਿਐਨ ਤੋਂ ਬਾਅਦ ਆਨੰਦ ਜੀ ਨੇ ਦੱਸਿਆ ਹੈ ਕਿ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਲੇਠੀ ਬਾਣੀ ਹੈ, ਪਲੇਠੀ ਰਚਨਾ ਹੈ, ਉਹਦੇ ਵਿੱਚੋਂ ਆਪਾਂ ਵੇਖਦੇ ਹਾਂ ਕਿ ਇੱਕ ਇੱਕ ਜਿਹੜਾ ਸ਼ਬਦ ਹੈ ਉਹਦੀ ਜਿਹੜੀ ਚੋਣ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਤਨੇ ਹੀ ਕਲਾਮਈ ਚੋਣ ਕੀਤੀ ਗਈ ਹੈ, ਕਿਤਨੇ ਹੀ ਸੁਚੱਜੇ ਸ਼ਬਦਾਂ ਦੀ ਚੋਣ ਕੀਤੀ ਹੈ। ਆਨੰਦ ਜੀ ਦੱਸਦੇ ਨੇ ਕਿ ਦੇਖੋ, ਜਪਜੀ ਦੇ ਵਿੱਚ ਹੀ ਆ ਜਿਹੜੇ ਦੋ ਸ਼ਬਦ ਆਉਂਦੇ ਨੇ ਪਹਿਲੀ ਆਰੰਭ ਦੇ ਵਿੱਚ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸੋ ਇੱਥੇ ਹੁਕਮ ਤੇ ਰਜ਼ਾ, ਹੁਕਮ ਜਿਹੜਾ ਸ਼ਬਦ ਹੈ ਕਿ ਜੇਕਰ ਜੀਵ ਹੁਕਮ ਦੇ ਨਾਲ ਜੁੜਦਾ ਹੈ ਤਾਂ ਉਹਦੇ ਕੋਲੇ ਰਜ਼ਾ ਹੁੰਦੀ ਹੈ, ਤੇ ਰਜ਼ਾ ਜੋ ਹੈ ਇਹ ਫਾਰਸੀ ਦੇ ਜਿਹੜੇ ਸ਼ਬਦ ਨੇ, ਇਹਨਾਂ ਦੇ ਅਰਥ ਨੇ ਬੜੇ ਗਹਿਰੇ ਅਰਥ ਨੇ। ਤੇ ਇੱਥੇ ਜਿਹੜੀ ਇਹਨਾਂ ਦੀ ਵਰਤੋਂ ਹੋਈ ਹੈ ਕਿ ਹੁਕਮ ਨੂੰ ਸਮਝਣ ਦੇ ਨਾਲ ਹੀ ਜੀਵ ਹੈ ਜਿਹੜਾ ਉਹ ਰਜ਼ਾ ਦੇ ਵਿੱਚ ਆਉਂਦਾ ਹੈ, ਤੇ ਉਸ ਨੂੰ ਰਜ਼ਾ, ਜਿਹੜੀ ਰਜ਼ਾ ਹੀ ਪ੍ਰਸੰਨਤਾ ਹੈ, ਰਜ਼ਾ ਜੋ ਹੈ ਉਹੀ ਆਨੰਦ ਹੈ। ਸੋ ਇਹ ਜਿਹੜੇ ਸ਼ਬਦ ਨੇ, ਹੁਣ ਆਪਾਂ ਹੁਕਮ ਦੀ ਗੱਲ ਕੀਤੀ ਹੈ ਜੀ ਡਾਕਟਰ ਜਗਜੀਤ ਸਿੰਘ ਜੀ ਨੇ, ਕਿ ਹੁਕਮ ਦੇ ਨਾਲ ਮਿਲਦਾ ਜੁਲਦਾ ਇਹਦੇ ਜਿਹੜੀ ਨੇੜਤਾ ਰੱਖਣ ਵਾਲਾ ਜਿਹੜਾ ਸ਼ਬਦ ਹੈ ਪੰਜਾਬੀ ਦੇ ਵਿੱਚ, ਉਹ ਆਗਿਆ ਹੈ ਜੀ। ਜੇਕਰ ਆਪਾਂ ਹੁਕਮ ਦੀ ਥਾਂ ਇੱਥੇ ਆਗਿਆ ਸ਼ਬਦ ਨੂੰ ਰੱਖ ਕੇ ਵੇਖੀਏ ਤਾਂ ਸਾਰਾ ਜਿਹੜਾ ਕਾਵਿ ਦਾ ਜਿਹੜਾ ਇੱਕ ਆਨੰਦ ਹੈ, ਜਿਹੜਾ ਸੋਝ ਹੈ, ਜਿਹੜੇ ਭਾਸ਼ਾ ਦੇ ਸੋਝ ਨੂੰ ਜਾਣਦੇ ਨੇ, ਭਾਸ਼ਾ ਦੇ ਸੁਹੱਪਣ ਨੂੰ, ਸੁੰਦਰਤਾ ਨੂੰ ਮਾਣਦੇ ਨੇ, ਜਾਣਦੇ ਨੇ, ਉਹ ਬੰਦੇ ਚੰਗੀ ਤਰ੍ਹਾਂ ਅਨੁਭਵ ਕਰ ਸਕਦੇ ਨੇ ਕਿ ਇੱਕੋ ਹੀ ਸ਼ਬਦ ਦੇ ਨਾਲ ਜੇ ਆਪਾਂ ਹੁਕਮ ਦੀ ਥਾਂ ਤੇ ਇੱਥੇ ਆਪਣਾ ਆਗਿਆ ਸ਼ਬਦ ਆਪਾਂ ਵਰਤੀਏ ਤਾਂ ਇਹ ਜਿਹੜਾ ਸਾਰਾ ਕਾਵਿ ਹੈ, ਇਹ ਸਾਰਾ ਜਿਹੜਾ ਆਪਣਾ ਇੱਕ ਰਸ ਹੈ, ਇੱਕ ਇਹਦੀ ਜਿਹੜੀ ਸੁੰਦਰਤਾ ਹੈ, ਇਹਦੀ ਜਿਹੜੀ ਸੰਗੀਤਾਤਮਕਤਾ ਹੈ ਜੀ, ਉਹ ਖਤਮ ਹੋ ਜਾਵੇਗੀ।